ਕੇਂਦਰੀ ਮੰਤਰੀ ਰਹਿੰਦੇ ਹੋ ਹਰਸਿਮਰਤ ਕੌਰ ਬਾਦਲ ਇਹ ਕਹਿੰਦੇ ਰਹੇ ਨੇ ਕਿ ਅਸੀਂ ਬਠਿੰਡਾ 'ਚ ਪ੍ਰੋਜੈਕਟ ਸ਼ੁਰੂ ਕਰਾ ਰਹੇ ਹਾਂ ਕੇਂਦਰ ਸਰਕਾਰ ਦਾ ਕਿ ਵਾਕਈ ਕੋਈ ਪ੍ਰੋਜੈਕਟ ਆ ਵੀ ਰਿਹਾ। ਪੰਜਾਬ ਵੀ ਇਹ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਕਿ ਵਾਕਈ ਕੁਝ ਆ ਵੀ ਰਿਹਾ ਸੀ ਜਾਂ ਸਿਰਫ ਗੱਲਾਂ ਸੀਗੀਆਂ। ਦੇਖੋ ਕੋਈ ਮੈਨੂੰ ਐਡਾ ਕੋਈ ਜਿਵੇਂ ਉਹ ਕੇਂਦਰੀ ਮੰਤਰੀ ਰਹੇ ਨੇ ਉਦੋਂ ਬਹੁਤ ਕੁਝ ਆ ਸਕਦਾ ਸੀ ਪਰ ਕੋਈ ਜ਼ਿਆਦਾ ਮੈਨੂੰ ਦਿਖਿਆ ਨਹੀਂ ਕਿ ਬਹੁਤ ਕੁਝ ਆਇਆ ਹੋਵੇ। ਸੋ ਪਰ ਹੁਣ ਜਿਵੇਂ ਮਸ਼ਰੂਮ 'ਚ ਬਹੁਤ ਆ ਰਹੇ ਨੇ ਜਿਨ੍ਹਾਂ ਨੇ ਕਈਆਂ ਨੇ ਪਹੁੰਚ ਕੀਤੀ ਹੈ ਕਿ ਅਸੀਂ ਵੀ ਜਿਹੜਾ ਹੈਗਾ ਮਸ਼ਰੂਮ ਫਾਰਮ ਹੈ ਜਿਹੜਾ ਇੱਥੇ ਲਾਉਣਾ ਚਾਹੁੰਦੇ ਹਾਂ ਕਿਉਂਕਿ ਮਸ਼ਰੂਮ ਦੀ ਬਾਹਰ ਵੀ ਭੇਜਿਆ ਜਾਂਦਾ ਹੈ। ਮੈਂ ਇੱਕ ਸਾਡੇ ਹਲਕੇ 'ਚ ਹੈ ਪਰ ਉਹ ਪ੍ਰੋਜੈਕਟ ਬੇਸ਼ੱਕ ਛੋਟਾ ਹੈ ਉਹ ਡੱਬਾ ਬੰਦ ਕਰਕੇ ਉਹਨੂੰ ਬਾਹਰ ਭੇਜ ਰਹੇ ਨੇ ਵਿਦੇਸ਼ਾਂ 'ਚ ਭੇਜ ਰਹੇ ਨੇ। ਸੋ ਇਸ ਕਰਕੇ ਜਿਹੜਾ ਮਸ਼ਰੂਮ ਦੀ ਖੇਤੀ ਹੈ ਫਾਰਮਿੰਗ ਹੈ ਉਹ 12 ਮਹੀਨੇ 30 ਦਿਨ ਚੱਲਦੀ ਹੈ ਜਿਹਦੇ ਵਿੱਚ ਜੋ ਵੀ ਲੋਕ ਇਸ ਪਾਸੇ ਵੱਲ ਆ ਰਹੇ ਨੇ ਉਹਨਾਂ ਨੂੰ ਚੰਗਾ ਉਹਦਾ ਮੁਨਾਫਾ ਵੀ ਹੋ ਰਿਹਾ ਕਿਉਂਕਿ ਜਦੋਂ ਆਫ ਸੀਜ਼ਨ ਹੁੰਦਾ ਉਦੋਂ ਹੁਣ ਜਿਹੜੀ ਠੰਡ 'ਚ ਤਾਂ ਓਪਨ 'ਚ ਵੀ ਕੀਤੀ ਜਾ ਸਕਦੀ ਹੈ ਜਿਵੇਂ ਸ਼ੈੱਡ ਬਣਾ ਕੇ ਪਰ ਕਈ ਜਿਹੜੇ ਹੈਗੀਆਂ ਪ੍ਰੋਸੈਸਿੰਗ ਯੂਨਿਟ ਆ ਗਿਆ ਉਹ ਲੱਗੇ ਹੋਏ ਨੇ ਜਿਹੜੇ ਪੂਰੇ ਕਾਮਯਾਬ ਵੀ ਨੇ। ਸਾਡੇ ਸਮਾਣੇ 'ਚ ਵੀ ਕਈ ਹੈਗੇ ਆ ਜਿਹੜੇ ਮਸ਼ਰੂਮ ਫਾਰਮ ਆ ਜਿਹੜੇ ਪੂਰੇ ਕਾਮਯਾਬ ਹੈ ਔਰ ਉਹਨਾਂ ਨੇ ਉਹਨੂੰ ਵਧਾਇਆ ਵੀ ਹੈ ਕਿਉਂਕਿ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਇੱਕ ਟਾਈਮ ਇਹੋ ਜਿਹਾ ਹੁੰਦਾ ਜਦੋਂ ਹੋਰ ਬਹੁਤੀਆਂ ਸਬਜ਼ੀਆਂ ਨਹੀਂ ਹੁੰਦੀਆਂ ਜਦੋਂ ਵਿਆਹਾਂ ਸ਼ਾਦੀਆਂ ਨੇ ਉਹਨਾਂ 'ਚ ਮਸ਼ਰੂਮ ਦਾ ਬਹੁਤ ਜ਼ਿਆਦਾ ਜਿਹੜੇ ਆ ਖਪਤ ਹੁੰਦੀ ਹੈ। ਸੋ ਇਸ ਕਰਕੇ ਇਹ 'ਚ ਚੰਗਾ ਸਕੋਪ ਹੈਗਾ। ਅੱਛਾ ਅਬੋਹਰ ਦਾ ਕਿੰਨੂ ਉਤਪਾਦਕ ਜਿਹੜਾ ਹੈਗਾ ਉਹਦੇ ਸਵਾਲ ਕਈ ਸਾਰੇ ਰਹਿੰਦੇ ਨੇ ਹਰ ਸੀਜ਼ਨ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ ਔਰ ਉਸ ਦੇ ਚਿਹਰੇ ਤੇ ਖੁਸ਼ੀ ਲਿਆਈ ਜਾ ਸਕੇ ਇਸ ਦੇ ਲਈ ਸਰਕਾਰ ਕੁਝ ਕਰ ਰਹੀ ਹੈ ਪਲਾਨ। ਹਾਂ ਦੇਖੋ ਅਸੀਂ ਦਰਅਸਲ 'ਚ ਸਾਡੇ ਪ੍ਰੋਬਲਮ ਇੱਕ ਹੋਰ ਹੈ ਜਦੋਂ ਸਾਡਾ ਕਿੰਨੂ ਆਉਂਦਾ ਉਸੇ ਟਾਈਮ ਹੀ ਪਾਕਿਸਤਾਨ ਦਾ ਕਿੰਨੂ ਆਉਂਦਾ ਉਹਦੇ ਨਾਲ ਇਕੱਠੇ ਹੋਣ ਕਰਕੇ ਫਿਰ ਰੇਟ ਦਾ ਬੜਾ ਫਰਕ ਪੈ ਜਾਂਦਾ ਨਹੀਂ ਸਾਡਾ ਜਿਹੜਾ ਕਿੰਨੂ ਆ ਉਹ ਬਹੁਤ ਵਧੀਆ ਕਿੰਨੂ ਆ ਔਰ ਸਾਡੀ ਕੋਸ਼ਿਸ਼ ਵੀ ਆ ਅਸੀਂ ਕਈ ਜਿਹੜੇ ਵਪਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਕਿ ਤੁਸੀਂ ਉਰੋਂ ਜਿਹੜਾ ਮਾਲ ਚੱਕੋ ਜਿਵੇਂ ਦੁਬਈ ਵੀ ਜਾ ਸਕਦਾ ਅਰਬ ਕੰਟਰੀ ਨੂੰ ਜਾ ਸਕਦਾ ਕਿਉਂਕਿ ਬਹੁਤ ਵਧੀਆ ਅੱਵਲ ਦਰਜੇ ਦਾ ਜਿਹੜਾ ਕਿੰਨੂ ਹੈ ਜਿਸ 'ਚ ਚੰਗਾ ਰਸ ਵੀ ਹੈ ਔਰ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਿਹਤ ਵਾਸਤੇ ਵੀ ਜਿਹੜਾ ਫਾਇਦੇਮੰਦ ਹੈ। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਹੈ ਕਿ ਜ਼ਰੂਰ ਇਹਨੂੰ ਵਿਦੇਸ਼ਾਂ 'ਚ ਜਿਹੜਾ ਪੰਜਾਬ ਦਾ ਕਿੰਨੂ ਆ ਉਹ ਵਿਦੇਸ਼ਾਂ 'ਚ ਵੀ ਭੇਜਾਂਗੇ ਔਰ ਉਹਦੇ ਨਾਲ ਰੈਲੇਵੈਂਟ ਜਿਹੜਾ ਹੈਗਾ ਪ੍ਰੋਸੈਸਿੰਗ ਯੂਨਿਟ ਵੀ ਹੈ ਜਿਹੜਾ ਉੱਥੇ ਲਾਉਣ ਦੀ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਕੋਈ ਇਨਵੈਸਟ ਕਰਨਾ ਚਾਹੁੰਦੇ ਨੇ ਉੱਥੇ ਕਰਨ ਔਰ ਉੱਥੇ ਇੰਡਸਟਰੀ ਲਾਉਣ ਉਹਦੇ ਨਾਲ ਮਤਲਬ। ਮੰਤਰੀ ਸਾਹਿਬ ਇਸ ਵੇਲੇ ਬਹੁਤ ਸਾਰੇ ਸਾਨੂੰ ਕਿਸਾਨ ਵੀ ਵੇਖ ਰਹੇ ਹੋਣਗੇ ਉਹ ਵੀ ਜਾਣਨਾ ਚਾਹਣਗੇ ਜਦੋਂ ਅਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਮੰਨ ਲਓ ਜਿਹੜਾ ਛੋਟਾ ਕਿਸਾਨ ਹੈ ਕੋਈ 4-5 ਏਕੜ ਵਾਲਾ ਕਿਸਾਨ ਹੈ ਉਸਨੇ ਮੰਨ ਲਿਆ ਕਿ ਮੈਂ ਇਸ ਵਾਰ ਝੋਨਾ ਨਹੀਂ ਲਾਉਣਾ ਮੈਂ ਕਣਕ ਨਹੀਂ ਬੀਜਣੀ ਮੈਂ ਫਸਲੀ ਵਿਭਿੰਨਤਾ ਵਾਲੇ ਜਾਣਾ ਚਾਹੇ ਉਹ ਫਲਾਂ ਦੀ ਗੱਲ ਹੋਵੇ ਚਾਹੇ ਸਬਜ਼ੀਆਂ ਦੀ ਗੱਲ ਹੋਵੇ ਤਾਂ ਮੰਨ ਲਓ ਉਹ ਬੰਦਾ ਇਹ ਸਟੈਪ ਚੱਕਦਾ ਹੈ ਕੋਈ ਸਬਜ਼ੀ ਬੀਜਦਾ ਹੈ ਆਲੂ ਬੀਜਦਾ ਹੈ ਜਾਂ ਟਮਾਟਰਾਂ ਦੀ ਗੱਲ ਕੀਤੀ ਜਾਵੇ ਮਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਉਹ ਫਸਲ ਬੀਜ ਲਈ ਉਸ ਤੋਂ ਬਾਅਦ ਸਰਕਾਰ ਉਸ ਨੂੰ ਕੀ ਗਰੰਟੀ ਦਿੰਦੀ ਹੈ ਕਿ ਜਾਂ ਉਸ ਨੂੰ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਉਸ ਦੀ ਹੈਲਪ ਕੀਤੀ ਜਾਂਦੀ ਹੈ ਜਾਂ ਕੋਈ ਛੋਟਾ ਯੂਨਿਟ ਲਗਾਇਆ ਜਾਂਦਾ ਹੈ ਜਾਂ ਕੋਈ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਉਸ ਨੂੰ ਵੀ ਥੋੜ੍ਹਾ ਜਿਹਾ ਇਸ ਚੀਜ਼ ਦੀ ਗਰੰਟੀ ਹੋਵੇ ਕਿ ਮੈਂ ਇੰਨਾ ਪੈਸਾ ਲਾ ਕੇ ਜੇਕਰ ਫਸਲ ਬੀਜੀ ਹੈ ਤੇ ਇਹ ਨਾ ਹੋਵੇ ਕਿ ਬਾਅਦ 'ਚ ਲਾਗਤ ਵੀ ਨਾ ਪੂਰੀ ਹੋਵੇ। ਉਹ ਮੈਂ ਪਹਿਲਾਂ ਤੁਹਾਨੂੰ ਸਰ ਦੱਸ ਕੇ ਹਟਿਆ ਕਿ ਜਿਹੜੀ ਭਵਨਾਂਤਰ ਜਿਹੜਾ ਮੁੱਲ ਹੈ ਜਿਵੇਂ ਆਲੂ ਹੈ ਉਹਦਾ ਇੱਕ ਪ੍ਰਾਈਜ਼ ਅਸੀਂ ਰੱਖ ਦੇਣੀ ਹੈ ਕਿ ਇਹ ਪ੍ਰਾਈਜ਼ ਤੋਂ ਜੇ ਥੱਲੇ ਕਿਸਾਨ ਦਾ ਆਲੂ ਵਿਕਦਾ ਤਾਂ ਉਹ ਬਾਕੀ ਦਾ ਪੈਸਾ ਸਰਕਾਰ ਦੇਊਗੀ। ਹਾਂ ਇਹ 4 ਫਸਲਾਂ ਅਸੀਂ ਫਿਲਹਾਲ 4 ਫਸਲਾਂ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਨੇ ਇੱਕ ਮਿਰਚ ਹੋ ਗਈ ਇੱਕ ਗੋਭੀ ਹੋ ਗਈ ਆਲੂ ਹੋ ਗਿਆ 4 ਫਸਲਾਂ ਨੇ ਉਹਦੇ 'ਚ ਜੇ ਅੰਤਰ ਰਹੂਗਾ ਉਹ ਜਿਹੜਾ ਜੇ ਫਾਰਮ ਹੈ ਉਹਦੇ ਅਕੋਰਡਿੰਗ ਉਹ ਜਿਹੜਾ ਦਿੱਤਾ ਜਾਊਗਾ। ਸੋ ਉਸ ਦੇ ਵਾਸਤੇ 15 ਕਰੋੜ ਰੁਪਈਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ 15 ਕਰੋੜ ਰੁਪਈਆ ਇਸ ਵਾਰੀ ਰੱਖਿਆ ਗਿਆ। ਉਹਨੂੰ ਕਿੰਨਾ ਅਗਲੇ ਵਾਸਤੇ ਕਿੰਨੀ ਲੋੜ ਪੈਂਦੀ ਆ ਉਹ ਆਉਣ ਵਾਲੇ ਸਮੇਂ 'ਚ ਜਿਹੜਾ ਹੋਰ ਉੱਤੇ ਜਿਹੜਾ ਕੰਮ ਕੀਤਾ ਜਾਊਗਾ ਜੀ। ਪੰਜਾਬ ਦੀ ਧਰਤੀ ਤੇ ਫੁੱਲ ਉਗਾਏ ਜਾ ਸਕਣ ਇਸ ਤਰੀਕੇ ਇਸ ਵੱਲ ਵੀ ਪੰਜਾਬ ਸਰਕਾਰ ਕੁਛ ਅੱਗੇ ਪਲਾਨ ਕੁਛ ਇਸ ਨੂੰ ਲੈ ਕੇ ਤਿਆਰ ਕਰ ਰਹੀ ਹੈ। ਦੇਖੋ ਪਹਿਲੀ ਵਾਰੀ ਹੋਇਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਜਿਹੜੇ ਫੁੱਲਾਂ ਦੀ ਖੇਤੀ ਕਰਦੇ ਨੇ ਉਹਨਾਂ ਨੂੰ 14,000 ਰੁਪਇਆ ਪਰ ਏਕੜ ਉਹਨਾਂ ਨੂੰ ਦਿੱਤਾ ਕਿਉਂਕਿ ਉਤੇ ਲੇਬਰ ਕੋਸਟ ਜ਼ਿਆਦਾ ਆਉਂਦੀ ਹੈ। ਪਿਛਲੇ ਦਿਨੀ ਅਸੀਂ ਜਿਹੜਾ ਹੈਗਾ ਨਿਆਮਤਪੁਰੇ ਜਿਹੜਾ ਸਰਦਾਰ ਗੁਰਜੰਟ ਸਿੰਘ ਹੋਰਾਂ ਦੇ ਔਰ ਆਪਣਾ ਗੁਰਦੀਪ ਹੋਰਾਂ ਦੇ ਖੇਤਾਂ 'ਚ ਜਾ ਕੇ ਵੀ ਆਏ ਦੇਖ ਕੇ ਵੀ ਆਇਆ ਉੱਥੇ ਦੇਖ ਕੇ ਲੱਗਦਾ ਕਿ ਬਾਕੀ ਇਹ 'ਚ ਬਹੁਤ ਜ਼ਿਆਦਾ ਸਕੋਪ ਹੈ। ਕਿਸਾਨ ਹੋ ਰਹੇ ਉਤਸ਼ਾਹਿਤ ਬਿਲਕੁਲ ਜੀ ਬਿਲਕੁਲ। ਅਸੀਂ ਪਹਿਲੀ ਵਾਰੀ ਜਦੋਂ 14,000 ਦੇ ਰਹੇ ਹਾਂ ਉਹ ਸਿੱਧਾ ਫਾਇਦਾ ਹੀ 14,000 ਜਿਹੜੀ ਉਤਲੀ ਲਾਗਤ ਹੈ ਉਹ ਮੁੜਦੀ ਹੈ ਔਰ ਚੰਗਾ ਉਹ 'ਚ ਕਮਾਈ ਵੀ ਚੰਗੀ ਹੈ। ਸੋ ਇਸ ਦੇ ਤਹਿਤ ਹੀ ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਪਾਸੇ ਵੱਲ ਉਹ ਕਿਸਾਨ ਇਹ ਜਿਹਾ ਜਿਹਨੇ 6-7 ਕਰੋੜ ਰੁਪਏ ਦੀ ਜਿਹੜੀ ਉਹਦੀ ਟਰਨਓਵਰ ਹੈ
ਔਰ ਯੂਰਪ ਦੇ ਵਿੱਚ ਕਿਉਂਕਿ ਇਹਦੇ ਨਾਲ ਦਾ ਬੀਜ ਨਹੀਂ ਤਿਆਰ ਹੁੰਦਾ, ਸੋ ਇਸ ਕਰਕੇ ਯੂਰਪ 'ਚ ਸਾਰਾ ਸੀਡ ਹੀ ਜਾਂਦਾ ਹੈ। ਸੋ ਇਸ ਕਰਕੇ ਚੰਗਾ ਸਕੋਪ ਹੈ, ਕਿਸਾਨ ਜੇ ਇਸ ਪਾਸੇ ਵੱਲ ਵੀ ਆਉਣ। ਔਰ ਨਾਲੇ ਮੈਂ ਦੇਖਿਆ ਗੁਰਦੀਪ ਸਿੰਘ ਹੋਰੀ ਲਾਗੇ ਤਾਗੇ ਦੇ 8-10 ਪਿੰਡਾਂ ਨੂੰ ਰੋਜ਼ਗਾਰ ਵੀ ਦੇ ਰਿਹਾ, ਜਿੱਥੇ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਉੱਥੇ ਆਪਣਾ ਕੰਮ ਕਰਦੀਆਂ ਨੇ, ਔਰ ਉਹਨਾਂ ਦੇ ਆਪਦੇ ਮੂੰਹੋਂ ਕਹਿਣ ਦਾ ਕਿ ਸਾਨੂੰ ਸਾਰਾ ਸਾਲ ਕੰਮ ਮਿਲਦਾ, ਅਸੀਂ ਨਾ ਆਈਏ ਤਾਂ ਅਲੱਗ ਗੱਲ ਹੈ, ਨਹੀਂ ਕਦੇ ਇਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਵੀ ਤੁਸੀਂ ਨਾ ਆਓ। ਇਹਦੇ ਨਾਲ ਸਾਡੇ ਰੋਜ਼ਗਾਰ ਹੈ ਜਿਹੜਾ ਉਹ ਵੀ ਵੱਧਦਾ ਹੈ, ਕੋਈ ਉਹ 'ਚ ਕਿਸਾਨ ਨੂੰ ਵੀ ਫਾਇਦਾ ਹੈ ਤੇ ਬਾਕੀ ਨੂੰ ਰੋਜ਼ਗਾਰ ਮਿਲੇਗਾ। ਬਿਲਕੁਲ ਜੀ, ਉਹਨਾਂ ਦੇ ਦੱਸਣ ਦੀ ਗੱਲ ਹੈ ਕਿ ਲੱਖ 1.5 ਲੱਖ ਰੁਪਇਆ ਪਰ ਏਕੜ ਜਿਹੜੀ ਬਚਤ ਹੈਗੀ ਆ। ਔਰ ਉਹਦੇ ਨਾਲ ਹੀ ਸਾਨੂੰ ਇੱਕ ਹੋਰ ਪਿੰਡ ਦੇ ਜਿਹੜੇ ਨੌਜਵਾਨ ਮਿਲੇ ਨੇ, ਉਹਨਾਂ ਦੇ ਜਿਹੜੇ ਪੇਰੈਂਟਸ ਨੇ, ਉਹਨਾਂ ਨੇ ਆਪਦੇ 30-35 ਪਰਿਵਾਰਾਂ ਨੂੰ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਸਾਨੂੰ ਕਣਕ ਜਿੰਨੇ ਪੈਸੇ ਦੇ ਦਿਓ, ਫੁੱਲਾਂ ਦੀ ਖੇਤੀ ਕਰ ਲਓ, ਸਾਨੂੰ ਕੋਈ ਮਤਲਬ ਨਹੀਂ, ਉੱਤੇ ਤੁਸੀਂ ਜਿੰਨੇ ਮਰਜ਼ੀ ਵੇਚੋ। ਉਹ ਬੱਚੇ ਨਾਲੇ ਨਸ਼ੇਬੰਦੀ ਨਹੀਂ ਲੱਗੇ ਔਰ ਨਾਲੇ ਉਹ ਖੇਤੀ ਕਰ ਰਹੇ ਨੇ ਫੁੱਲਾਂ ਦੀ, ਔਰ ਹਰ ਟਾਈਮ ਬਿਜੀ ਨੇ, ਔਰ ਚੰਗੇ ਪੈਸੇ ਜਿੱਥੇ ਆਪਦੇ ਵਾਸਤੇ ਵੀ ਜਿਹੜੇ ਸ਼ੌਕ ਨੇ ਪੂਰੇ ਕਰਦੇ ਨੇ, ਉਹਦੇ ਨਾਲ ਆਪਦੇ ਮਾਪਿਆਂ ਨੂੰ ਵੀ ਜਿਹੜਾ ਹੈਗਾ ਚੰਗਾ ਪੈਸਾ ਕਮਾ ਕੇ ਦੇ ਰਹੇ ਨੇ। ਸਾਨੂੰ ਇਹੋ ਜਿਹੇ ਨੌਜਵਾਨਾਂ ਨੂੰ, ਸਾਡੇ ਬੱਚੇ ਨੇ ਵਿਦੇਸ਼ਾਂ ਵੱਲ ਭੱਜ ਰਹੇ ਨੇ, ਅਗਰ ਉਹਨਾਂ ਨੂੰ ਰੋਕਣਾ ਹੈ ਤਾਂ ਉਹਨਾਂ ਵਾਸਤੇ ਸਾਨੂੰ ਕੁਛ ਨਾ ਕੁਛ ਕਰਨ ਦੀ ਲੋੜ ਹੈ। ਸੋ ਇਹ ਚੰਗਾ ਸਕੋਪ ਹੈ। ਗੁਰਦੀਪ ਸਿੰਘ ਹੋਰਾਂ ਨੇ 2 ਕਿੱਲਿਆਂ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਅੱਜ ਉਹਨਾਂ ਲਵੇ ਬਹੁਤ ਵੱਡਾ ਰਕਬਾ ਹੈ ਜਿਹੜਾ ਫੁੱਲਾਂ ਦੇ ਹੇਠ ਹੈ, ਜਿਹਦੇ ਨਾਲ ਉਹਨਾਂ ਨੂੰ ਚੰਗਾ ਮੁਨਾਫਾ ਜਿਹੜਾ ਹੁੰਦਾ ਹੈ। ਅੱਛਾ ਜੀ, ਤੁਹਾਡੇ ਕੋਲ 2 ਹੋਰ ਅਹਿਮ ਵਿਭਾਗ ਨੇ, ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹਾਂਗੇ। ਸੈਨਿਕ ਸੇਵਾਵਾਂ ਤੇ ਭਲਾਈ ਵਿਭਾਗ ਤੁਹਾਡੇ ਕੋਲ ਹੈ। ਕਾਫੀ ਸਮੇਂ ਤੋਂ ਮੁੱਦਾ ਚੱਲ ਰਿਹਾ ਹੈ GOG ਸਕੀਮ ਦਾ। ਤੁਹਾਨੂੰ ਪਤਾ ਹੈ ਕਿ ਪਿਛਲੀ ਕੈਪਟਨ ਸਰਕਾਰ ਤੋਂ ਸਕੀਮ ਲਿਆਂਦੀ ਗਈ ਸੀ, ਬਾਅਦ 'ਚ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੀ ਗਈ। ਲਗਾਤਾਰ ਸਾਬਕਾ ਸੈਨਿਕ ਉਸ ਦਾ ਵਿਰੋਧ ਕਰ ਰਹੇ ਨੇ। ਇਹ ਜ਼ਰੂਰ ਸਾਫ਼ ਕਰੋ, ਜਿੰਨੇ ਵੀ ਸਾਬਕਾ ਸੈਨਿਕ ਸਾਨੂੰ ਇਸ ਵੇਲੇ ਦੇਖ ਰਹੇ ਨੇ, ਕਿ ਆਖਰ ਵਜ੍ਹਾ ਕੀ ਰਹੀ, ਉਹਦੇ ਪਿੱਛੇ ਆਧਾਰ ਕੀ ਸਕੀਮ ਨੂੰ ਬੰਦ ਕਰਨ ਦਾ, ਜਾਂ ਉਸ ਤੋਂ ਬਾਅਦ 'ਚ ਕੋਈ ਉਹਨਾਂ ਦੀ ਮੰਗ ਤੇ ਕੋਈ ਗੌਰ ਕੀਤਾ ਜਾ ਰਿਹਾ, ਕੋਈ ਪੋਸੀਬਿਲਿਟੀ ਹੈਗੀ ਸਕੀਮ ਬਹਾਲ ਹੋਣ ਦੀ? ਦੇਖੋ ਜੀ, ਮੈਨੂੰ ਹਜੇ ਤੱਕ ਕੋਈ ਜਿਹੜੇ GOG ਵਾਲੇ ਆ ਉਹ ਅਜੇ ਤੱਕ ਮੈਨੂੰ ਮਿਲੇ ਨਹੀਂ ਹਨ। ਜਾਂ ਤੁਹਾਡੇ ਤੱਕ ਉਹਨਾਂ ਨੇ ਨਹੀਂ, ਮੇਰੇ ਤੱਕ ਆਏ ਨਹੀਂ ਹਨ। ਸਗੋਂ ਮੇਰੀ ਕੋਸ਼ਿਸ਼ ਸੀ ਵੀ ਇੱਕ ਵਾਰੀ ਮਿਲੀ ਉਹਨਾਂ ਨੂੰ, ਜੇ ਕੋਈ ਉਹਨਾਂ ਦਾ ਨੁਮਾਇੰਦਾ ਸੁਣਦਾ ਵੀ ਹੋਵੇ, ਜਦੋਂ ਮਰਜ਼ੀ ਚਾਹਣ ਉਹਨਾਂ ਦਾ ਕੀ ਚਾਹੁੰਦੇ ਨੇ ਉਹ ਮਿਲ ਸਕਦੇ ਨੇ। ਸੋ ਆਪਣੇ ਦਰਵਾਜ਼ੇ 24 ਘੰਟੇ ਖੁੱਲ੍ਹੇ ਨੇ। ਸੋ ਸਾਡੇ ਵੱਲੋਂ ਕੋਸ਼ਿਸ਼ ਹੈ, ਜੇ ਕੋਈ ਮਿਲਣਾ ਚਾਹੁੰਦਾ ਉਹ ਜਦੋਂ ਮਰਜ਼ੀ ਆ ਸਕਦਾ ਹੈ। ਨਹੀਂ, ਵਜ੍ਹਾ ਕੀ ਰਹੀ ਆਖਰਕਾਰ ਉਸ ਸਕੀਮ ਬੰਦ ਕਰਨ ਦੀ? ਦੱਸਿਆ ਜਾ ਰਿਹਾ ਕਿ ਕਰੀਬ 64 ਕਰੋੜ ਸ਼ਾਇਦ ਉਹਦਾ ਬਜਟ ਸੀਗਾ, ਸ਼ਾਇਦ ਸਾਲਾਨਾ। ਦੇਖੋ 64 ਕਰੋੜ ਵਾਸਟ ਸੀਗਾ, ਔਰ ਉਹਦੇ 'ਚ ਜਿਹੜੇ ਪਿੰਡਾਂ 'ਚੋਂ ਹੀ ਸ਼ਿਕਾਇਤਾਂ ਆ ਰਹੀਆਂ ਸੀ, ਸਰਪੰਚਾਂ ਵੱਲੋਂ ਵੀ ਬਹੁਤ ਵੱਲੋਂ ਸ਼ਿਕਾਇਤਾਂ ਆਈਆਂ ਸੀ ਕਿ ਸਾਨੂੰ ਕੰਮ ਨਹੀਂ ਹੁਣ ਕਰਨ ਦੇ ਰਹੇ, ਜਾਂ ਇਸ ਕਰਕੇ ਜਿਸ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ ਉਹ ਮਕਸਦ ਪੂਰਾ ਨਹੀਂ ਸੀ ਹੋ ਰਿਹਾ। ਦੇਖੋ, ਇਹ ਸਰਪੰਚਾਂ ਦੇ ਵਿਊ ਸੀਗੇ, ਬਾਕੀ ਜੇ ਉਹਨਾਂ ਦੇ ਕੋਈ ਗ੍ਰੀਵੈਂਸਸ ਹੈਗੇ ਆ ਉਹ ਆ ਕੇ ਬੈਠਣ, ਆਪਾਂ ਗੱਲ ਕਰਨ ਨੂੰ ਤਿਆਰ ਹਾਂ। ਕੋਈ ਹੈ ਜੀ? ਠੀਕ ਹੈ। ਠੀਕ। ਡਿਫੈਂਸ ਦੇ ਨਾਲ ਜਿਹੜਾ ਐਕਸ ਸਰਵਿਸਮੈਨ ਨੇ ਜਾਂ ਬਾਕੀ ਜਿਹੜੇ ਫੌਜੀ ਸੇਵਾਵਾਂ ਦੇ ਵਿੱਚ ਨੇ, ਜਾਂ ਜਿਹੜੇ ਸ਼ਹੀਦ ਹੁੰਦੇ ਨੇ ਖਾਸ ਕਰਕੇ, ਕਿਉਂਕਿ ਇੱਕ ਬਹੁਤ ਵੱਡਾ ਐਲਾਨ ਜਿਹੜਾ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਔਰ ਪੰਜਾਬ ਵਿੱਚ ਵੀ ਕੀਤਾ ਗਿਆ ਕਿ ਅਸੀਂ 1 ਕਰੋੜ ਰੁਪਏ ਜਿਹੜਾ ਹੈਗਾ ਐਕਸ ਗ੍ਰੇਸ਼ੀਆ 50 ਲੱਖ ਤੋਂ ਵਧਾ ਕੇ 1 ਕਰੋੜ ਕੀਤਾ ਗਿਆ, 50 ਲੱਖ ਜਿਹੜਾ ਹੈਗਾ ਉਸ ਵਿੱਚ ਵਾਧਾ ਕੀਤਾ ਗਿਆ। ਇਸ ਨੂੰ ਕਿਸ ਤਰੀਕੇ ਲੋਕ ਸਮਝਣ, ਕਿਉਂਕਿ ਇਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਵਿੱਚ ਹਜੇ ਵੀ ਸਵਾਲ ਜੇ ਨੇ ਕਿ ਕਿਸ ਤਰੀਕੇ, ਕਿਸ ਹਾਲਾਤ ਦੇ ਵਿੱਚ 1 ਕਰੋੜ ਦੀ ਐਕਸ ਗ੍ਰੇਸ਼ੀਆ ਮਿਲੇਗੀ, ਕਿ ਇਸ ਦੇ ਲਈ ਕੋਈ ਕ੍ਰਾਈਟੇਰੀਆ ਫਿਕਸ ਕੀਤਾ ਜਾ ਰਿਹਾ ਹੈ, ਜਾਂ ਕਿਸ ਤਰੀਕੇ ਦਾ ਕੀ ਕੋਈ ਲਾਈਨ ਡਰਾ ਕੀਤੀ ਜਾ ਰਹੀ ਹੈ ਸਰਕਾਰ ਦੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਭਰਾ ਡਿਫੈਂਸ ਦੇ ਵਿੱਚ ਹੈਗੇ ਆ, ਜਿਹੜੇ ਬਾਰਡਰਾਂ ਤੇ ਲੜਦੇ ਆ, ਜਾਂ ਜਿਵੇਂ ਪੁਲਿਸ ਹੈ, ਉਹ ਜਿਹੜੇ ਸਾਡੇ ਪੰਜਾਬ ਦੇ ਵਾਸੀ ਆ, ਉਹ ਕਿਸੇ ਵੀ ਜਦੋਂ ਕੋਈ ਲੜਦੇ ਹੋਏ ਕੋਈ ਇੱਦਾਂ ਦੀ ਕੋਈ ਕੈਜੁਅਲਟੀ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਨੇ 1 ਕਰੋੜ ਰੁਪਇਆ ਕੀਤਾ। ਆਪਣੇ ਕਈ ਕੇਸ ਹੋਏ ਨੇ, ਉਹਨਾਂ ਨੂੰ ਭੋਗ ਤੋਂ ਪਹਿਲਾਂ 1 ਕਰੋੜ ਰੁਪਇਆ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਦਿੱਤਾ ਜਾਂਦਾ ਹੈ। ਇਹ ਤਾਂ ਜ਼ਰੂਰ ਹੈ ਕਿ ਅਸੀਂ ਕਿਸੇ ਦਾ ਜੀ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ, ਪਰ ਸਨਮਾਨ ਵਜੋਂ ਉਹਨਾਂ ਨੂੰ 1 ਕਰੋੜ ਰੁਪਇਆ ਜਿਹੜਾ ਦਿੱਤਾ ਜਾਂਦਾ ਹੈ, ਜਿਹਦੇ ਨਾਲ ਜਦੋਂ ਪਿੱਛੇ ਬੱਚੇ ਜਾਂ ਪਰਿਵਾਰ ਦੀ ਆਰਥਿਕਤਾ ਲਈ ਪਰਿਵਾਰ ਦਾ ਗੁਜ਼ਾਰਾ ਜਿਹੜਾ ਹੋ ਸਕੇ, ਜਿਹੜੀ ਉਹਦਾ ਜਿਹੜਾ ਉਹਨੂੰ ਕੁਛ ਨਾ ਕੁਛ ਉਹ 'ਚ ਹੁਲਾਰਾ ਦਿੱਤਾ ਜਾ ਸਕੇ। ਸ਼ਹਾਦਤ ਦਾ ਕੋਈ ਮੁੱਲ ਪਾਇਆ ਨਹੀਂ ਜਾ ਸਕਦਾ ਨਾ। ਦੇਖੋ, ਉਹ ਸਾਡੇ ਨੌਜਵਾਨ ਬਾਰਡਰਾਂ ਤੇ ਲੜਦੇ ਨੇ ਤਾਂ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਜੇ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਫਿਰ ਅਸੀਂ ਕਿਸੇ ਵਾਸਤੇ ਕਰਕੇ ਅਸੀਂ ਮਹਿਫੂਜ਼ ਬੈਠੇ ਹਾਂ। ਉਹਨਾਂ ਵਾਸਤੇ ਅਸੀਂ ਮਹਿਫੂਜ਼ ਹਾਂ। ਅਸੀਂ ਜੇ ਚੈਨ ਦੀ ਨੀਂਦ ਸੌਂਦੇ ਹਾਂ ਉਹਨਾਂ ਕਰਕੇ ਸੌਂਦੇ ਹਾਂ। ਸੋ ਇਸ ਕਰਕੇ ਉਹਨਾਂ ਨੂੰ ਸਲੂਟ ਵੀ ਹੈ, ਔਰ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਸਤ-ਸਤ ਨਮਨ ਵੀ ਹੈ ਕਿ ਉਹਨਾਂ ਨੇ ਕੁਰਬਾਨੀਆਂ ਸਾਡੇ ਸੂਬੇ ਵਾਸਤੇ ਔਰ ਸਾਡੇ ਵਾਸਤੇ ਹਮੇਸ਼ਾ ਯਾਦ ਰਹਿਣਗੀਆਂ। ਅੱਛਾ, ਨਾਲ ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਜਿਹੜੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੇ ਜਾਂਦੇ ਨੇ ਸੈਨਿਕ ਭਲਾਈ ਜਿਹੜੇ ਅਫਸਰ ਹੁੰਦੇ ਨੇ, ਇਹ ਕਿਹਾ ਜਾਂਦਾ ਹੈ ਕਿ ਕਾਫੀ ਜਿਹੜੀਆਂ ਪੋਸਟਾਂ ਨੇ ਸੈਨਿਕ ਭਲਾਈ ਅਫਸਰਾਂ ਦੀਆਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਖਾਲੀ ਨੇ, ਉਸ ਨੂੰ ਲੈ ਕੇ ਕੋਈ ਵਰਕ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਦੇਖੋ ਜੀ, ਸਾਡੇ ਵੱਲੋਂ ਇਹ ਸਾਰਾ ਡਾਟਾ ਮੰਗਾਇਆ ਗਿਆ ਕਿ ਕਿਹੜੀ ਉਸ 'ਚ ਕਿੰਨੀਆਂ ਜਿਹੜੀਆਂ ਅਸਾਮੀਆਂ ਖਾਲੀ ਨੇ।
ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਫਡੀ ਦੀ ਮਨਜ਼ੂਰੀ ਲੈ ਕੇ ਉਹਨਾਂ ਨੂੰ ਵੀ ਜਲਦੀ ਹੈ ਜਿਹੜਾ ਪੂਰਾ ਕੀਤਾ ਜਾਊਗਾ। ਔਰ ਸਾਡੀ ਹੋਰ ਵੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਨੌਜਵਾਨ ਫੌਜ ਚੋਂ ਰਿਟਾਇਰ ਹੋ ਕੇ ਆਉਂਦੇ ਜਿਹੜੇ, ਕਿਉਂਕਿ ਛੋਟੀ ਉਮਰ 'ਚ ਭਰਤੀ ਹੋ ਜਾਂਦੇ ਨੇ, ਉਹ 35-36 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਆ, ਕਿ ਉਹਨਾਂ ਨੂੰ ਆਈਟੀ ਸੈਕਟਰ ਵੱਲ ਵੀ ਲੈ ਕੇ ਜਾਈਏ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਆਈਟੀ ਦਾ ਹੈ। ਬਿਲਕੁਲ। ਸੋ ਅਸੀਂ ਸਾਡੇ ਹੁਣ ਜਿਹੜੇ ਐਕਸ ਸਰਵਿਸਮੈਨ ਆਉਂਦੇ ਨੇ ਉਹ ਬੈਂਕਾਂ ਮੂਹਰੇ ਜਾਂ ਜਿਹੜੇ ਏਟੀਐਮ ਨੇ ਉਹਨਾਂ ਮੂਹਰੇ ਜੌਬ ਕਰਦੇ ਨੇ, ਜਾਂ ਹੋਰ ਅਦਾਰੇ ਨੇ ਉਹਨਾਂ ਮੂਹਰੇ ਜੌਬ ਕਰਦੇ ਨੇ। ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਨੂੰ, ਸਾਡੀ ਡਿਸਕਸ ਚੱਲ ਰਹੀ ਹੈ ਹਜੇ ਮਹਿਕਮੇ ਨਾਲ ਸਾਰਾ, ਉਹ ਵੀ ਅਸੀਂ ਆਈਟੀ ਦੇ ਸੈਕਟਰ 'ਚ ਵੀ ਅਸੀਂ ਸਾਡੇ ਐਕਸ ਸਰਵਿਸਮੈਨ ਨੇ ਜਿਹੜੇ ਉੱਧਰ ਵੀ ਲੈ ਕੇ ਜਾਈਏ, ਤਾਂ ਕਿ ਉਹਨਾਂ ਨੂੰ ਹੋਰ ਵੀ ਜਿਹੜਾ ਚੰਗਾ ਆਈਟੀ ਦੇ ਵਿੱਚੋਂ ਚੰਗਾ ਉਹਨਾਂ ਨੂੰ ਜਿਹੜੀ ਤਨਖਾਹ ਵੀ ਚੰਗੀ ਮਿਲਦੀ ਹੈ, ਔਰ ਪਿੱਛੇ ਪਰਿਵਾਰ ਵਾਸਤੇ ਵੀ ਚੰਗਾ, ਕਿਉਂਕਿ ਆਈਟੀ ਇੱਕ ਆਉਣ ਵਾਲਾ ਸਮਾਂ ਜਿਹੜਾ ਉਹ ਆਈਟੀ ਨਾਲ ਹੀ ਸੰਬੰਧਿਤ ਹੋਣਾ ਹੈ, ਕਿ ਆਈਟੀ 'ਚ ਕੰਮ ਕਰਨ ਦੀ ਬਹੁਤ ਲੋੜ ਹੈ। ਸੋ ਆਉਣ ਵਾਲੇ ਸਮੇਂ 'ਚ ਦੇਖਦੇ ਉੱਤੇ ਵੀ ਬਹੁਤ ਜ਼ਰੂਰੀ ਹੈ ਕੰਮ ਕਰਨਾ। ਕਈ ਵਾਰ ਮੰਤਰੀ ਸਾਹਿਬ ਇਹ ਵੀ ਖਬਰਾਂ ਆਉਂਦੀਆਂ ਨੇ, ਜਦੋਂ ਕੋਈ ਜਵਾਨ ਸ਼ਹੀਦ ਹੁੰਦਾ ਹੈ ਉਸ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਕਈ ਅਨਾਉਂਸਮੈਂਟ ਵੀ ਕੀਤੀਆਂ ਜਾਂਦੀਆਂ, ਐਲਾਨ ਵੀ ਕੀਤਾ ਜਾਂਦਾ ਹੈ, ਪਰ ਕਈ ਵਾਰ ਜਿਹੜੀ ਪਰਿਵਾਰਾਂ ਦੀ ਵੀ ਨਾਰਾਜ਼ਗੀ ਨਜ਼ਰ ਆਉਂਦੀ ਹੈ ਕਿ ਐਲਾਨ ਕਰ ਦਿੱਤਾ ਜਾਂਦਾ ਕਿ ਯਾਰ ਸਰਕਾਰਾਂ ਵੀ ਬਦਲ ਦਿੱਤੀਆਂ ਜਾਂਦੀਆਂ, ਪਰ ਉਹਨਾਂ ਪਰਿਵਾਰਾਂ ਦੀ ਕੀ ਯਾਰ ਬਾਂਹ ਨਹੀਂ ਫੜੀ ਜਾਂਦੀ, ਚਾਹੇ ਉਹ ਐਕਸ ਗ੍ਰੇਸ਼ੀਆ ਗ੍ਰਾਂਟ ਦੀ ਗੱਲ ਹੋਵੇ, ਚਾਹੇ ਉਸ ਤੋਂ ਇਲਾਵਾ ਹੋਰ ਵੀ ਕਈ ਅਨਾਉਂਸਮੈਂਟ, ਕਈ ਐਲਾਨ ਕੀਤੇ ਜਾਂਦੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜਾ ਕਿਸੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇਗੀ, ਜਾਂ ਕਿਸੇ ਸਰਕਾਰੀ ਸਕੂਲ ਦਾ ਨਾਮ ਉਸ ਸ਼ਹੀਦ ਦੇ ਨਾਮ ਤੇ ਰੱਖਿਆ ਜਾਵੇਗਾ। ਅਜਿਹੇ ਕਈ ਐਲਾਨ ਹੁੰਦੇ ਨੇ। ਨਹੀਂ ਦੇਖੋ, ਮੈਂ ਤੁਹਾਡੇ ਮਾਧਿਅਮ ਜਰੀਏ ਦੱਸਣਾ ਵੀ ਚਾਹੁੰਦਾ, ਜਿਹੜੇ 22 ਪਿਛਲੇ ਸਾਲ ਜਿਹੜਾ 21-22 ਦਾ ਹੋ ਸੀਗਾ, ਉਹਦੇ ਦਰਮਿਆਨ 14 ਸਰਕਾਰੀ ਸਕੂਲਾਂ ਦਾ ਨਾਂ ਜਿਹੜਾ ਉਹ ਸ਼ਹੀਦਾਂ ਦੇ ਨਾਂ ਤੇ ਕੀਤਾ ਗਿਆ। ਠੀਕ ਹੈ। ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਕੋਈ ਸਾਡੇ ਸਤਿਕਾਰਯੋਗ ਸ਼ਹੀਦ ਹੋਇਆ ਭਰਾ, ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਸਕੂਲਾਂ ਦਾ ਜਿਹੜਾ ਨਾਮ ਰੱਖਿਆ ਜਾਊਗਾ, ਕਿਉਂਕਿ ਉਹਨਾਂ ਨੂੰ ਅਸੀਂ ਹੋਰ ਤਾਂ ਕੁਛ ਜੋ ਸਨਮਾਨ ਦੇਣੀ ਬਣਦਾ, ਪਰ ਉਹਨਾਂ ਨੂੰ ਯਾਦ ਰੱਖੀਏ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ, ਉਹਨਾਂ ਨੂੰ ਪਤਾ ਹੋਵੇ ਕਿ ਇਹ ਸਕੂਲ ਦਾ ਕਿਸ ਦੇ ਨਾਂ ਤੇ ਆ, ਉਹਨੇ ਕੀ ਕੀਤਾ ਸੀ। ਸੋ ਸਾਡਾ ਫਰਜ਼ ਬਣਦਾ ਉਹਨਾਂ ਨੂੰ ਹਮੇਸ਼ਾ ਅਸੀਂ ਯਾਦ ਰੱਖੀਏ। ਸੋ ਉਹਦੇ ਤਹਿਤ ਹੀ ਉਹ ਨੌਜਵਾਨਾਂ ਦਾ ਜਿਹੜਾ ਸਾਥੀਆਂ ਦਾ ਉਹ ਸਕੂਲਾਂ ਦਾ ਨਾਂ ਹੈ ਜਿਹੜਾ ਉਹਨਾਂ ਦੇ ਨਾਂ ਤੇ ਰੱਖਿਆ ਜਾ ਰਿਹਾ। ਜੋੜਮਾਜਰਾ ਸਾਹਿਬ, ਇਸੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ, ਅਗਨੀਵੀਰ ਸਕੀਮ ਨੂੰ ਲੈ ਕੇ ਇੱਕ ਥੋੜਾ ਜਿਹਾ ਕਨਫਲਿਕਟ ਰਿਹਾ ਜਦੋਂ ਇਨੀਸ਼ੀਅਲੀ ਇਹ ਸਕੀਮ ਸ਼ੁਰੂ ਹੋਈ, ਇਸ ਟਾਈਮ ਇਹਦੀ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ? ਦੇਖੋ, ਕੇਂਦਰ ਸਰਕਾਰ ਦਾ ਇਹ ਹੈ ਕਿ ਅਸੀਂ ਇਹ ਲਾਗੂ ਕਰਨੀ ਹੀ ਕਰਨੀ ਹੈ, ਔਰ ਉਹਨਾਂ ਨੇ ਸ਼ੁਰੂ ਵੀ ਕਰਤੀ ਹੈ ਇਹ ਜੀ। ਪਰ ਇਹਦੇ ਨਾਲ ਮੈਨੂੰ ਲੱਗਦਾ ਕਿ 4 ਸਾਲ ਨੌਕਰੀ ਕਰਕੇ ਜਦੋਂ ਸਾਡੇ ਨੌਜਵਾਨ ਆਉਣਗੇ, ਉਹਨਾਂ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਕਾਫੀ ਝਮੇਲਿਆਂ ਭਰਾ ਰਹੂਗਾ। ਸੋ ਅਗਰ ਉਹਨਾਂ ਨੌਜਵਾਨਾਂ ਨੂੰ ਪੂਰੇ ਟਾਈਮ ਵਾਸਤੇ ਭਰਤੀ ਕੀਤਾ ਜਾਂਦਾ ਤਾਂ ਚੰਗਾ ਹੁੰਦਾ, ਕਿਉਂਕਿ 4 ਸਾਲ ਕਰਕੇ ਆਉਣਗੇ, ਮੁੜ ਕੇ ਉਹਨਾਂ ਦੇ ਵਿਆਹ ਦਾ ਸੰਕਟ, ਉਹ ਕਿੱਥੇ ਜਾਣਗੇ, ਕੀ ਕਰਨਗੇ, ਇਹ ਚੀਜ਼ਾਂ ਜਿਹੜੀਆਂ ਉਹ ਹਜੇ ਸਾਡੇ ਸਾਹਮਣੇ ਬਰੂਹਾਂ ਤੇ ਖੜੀਆਂ ਨੇ ਵੀ ਉਹਦਾ ਆਉਣ ਵਾਲਾ ਸਮਾਂ ਕੀ ਹੋਊਗਾ। ਕਿ ਸੂਬਾ ਸਰਕਾਰ ਦੇ ਵੱਲੋਂ ਅਜਿਹੀ ਕੋਈ ਨੀਤੀ ਬਣਾਈ ਜਾ ਸਕਦੀ, ਕੋਈ ਲੈਂਦੀ ਜਾ ਸਕਦੀ, ਜਿਹੜੇ ਅਗਨੀਵੀਰ ਦੀ ਸਕੀਮ ਦੇ ਤਹਿਤ ਭਰਤੀ ਹੋਏ ਨੇ, ਜਦੋਂ ਵਾਪਸ ਆਉਂਦੇ ਨੇ ਜਾਂ ਉਹਨਾਂ ਨੂੰ ਕਿਸੇ ਸਰਕਾਰੀ ਨੌਕਰੀ ਦੇ ਵਿੱਚ, ਕਿਸੇ ਡਿਪਾਰਟਮੈਂਟ ਦੇ ਵਿੱਚ ਤਰਜੀਹ ਦਿੱਤੀ ਜਾਵੇ? ਦੇਖੋ, ਅਸੀਂ ਤਾਂ ਸਮੇਂ-ਸਮੇਂ ਤੇ ਜਿਹੜੀ ਭਰਤੀ ਉਹ ਕੱਢਦੇ ਹੀ ਰਹਿੰਦੇ ਹਾਂ। ਜਿਹੜਾ ਵੀ ਕੋਈ ਉਸ ਨੂੰ ਕੁਆਲੀਫਾਈ ਕਰੂਗਾ, ਉਹ ਬਿਨਾਂ ਸਿਫਾਰਿਸ਼ ਤੋਂ ਸਾਰਾ ਹੋ ਹੀ ਰਿਹਾ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਮੇਰੇ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ ਸਾਲ ਦੇ ਵਿੱਚ ਹੀ 27,000 ਦੇ ਆਸ-ਪਾਸ ਜਿਹੜੀਆਂ ਨੌਕਰੀਆਂ ਦਿੱਤੇ ਨੇ। ਮਿਲਿਆ ਨਹੀਂ, ਆਉਣ ਪਿਛਲੀਆਂ ਜਿੰਨੀਆਂ ਸਰਕਾਰਾਂ ਦੇਖੀਆਂ ਸੀ, ਉਹ ਜਦੋਂ 6 ਮਹੀਨੇ ਰਹਿੰਦੇ ਹੁੰਦੇ ਸੀ, ਕੁਛ ਕੋਡ ਆਫ ਕੰਡਕਟ 'ਚ ਫਸ ਜਾਂਦੇ, ਉਹ ਮੁੜ ਕੇ ਕਹੀ ਜਾਂਦੇ ਸਰਕਾਰ ਦੁਬਾਰੇ ਲਿਓ। ਸੋ ਪਹਿਲੀ ਵਾਰੀ ਆ ਜਿਹੜੇ ਪਹਿਲੇ ਸਾਲ ਦੇ ਵਿੱਚ ਹੀ ਜਿਹੜਾ 27,000 ਦੇ ਆਸ-ਪਾਸ ਜਿਹੜੀਆਂ ਨੌਜਵਾਨਾਂ ਨੂੰ ਨੌਕਰੀਆਂ। ਇੱਕ ਹੋਰ ਤੁਹਾਡੇ ਕੋਲ ਅਹਿਮ ਵਿਭਾਗ ਹੈ ਫਰੀडम ਫਾਈਟਰ ਦਾ। ਅਕਸਰ ਪਰਿਵਾਰਕ ਮੈਂਬਰਾਂ ਦਾ ਚਾਹੇ ਗੱਲ ਕੀਤੀ ਜਾਵੇ, ਚਾਹੇ ਆਜ਼ਾਦੀ ਘੁਲਾਟੀਆਂ ਦੀ ਗੱਲ ਕੀਤੀ, ਉਹਨਾਂ ਦੀ ਨਾਰਾਜ਼ਗੀ ਸਰਕਾਰਾਂ ਦੇ ਨਾਲ ਰਹਿੰਦੀ ਹੈ ਕਿ ਅਕਸਰ ਸਾਨੂੰ 15 ਅਗਸਤ ਤੇ ਜਾਂ ਯਾਦ ਕੀਤਾ ਜਾਂਦਾ ਜਾਂ 26 ਜਨਵਰੀ ਤੇ ਯਾਦ ਕੀਤਾ ਜਾਂਦਾ, ਉੱਥੇ ਇੱਕ ਮੋਮੈਂਟੋ ਦਿੱਤਾ ਜਾਂਦਾ ਜਾਂ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ, ਪਰ ਉਸ ਤੋਂ ਇਲਾਵਾ ਸਰਕਾਰਾਂ ਦੇ ਵੱਲੋਂ ਸਾਰ ਨਹੀਂ ਲਈ ਜਾਂਦੀ। ਇਹ ਵੀ ਜ਼ਰੂਰ ਦੱਸੋ ਕਿ ਆਖਿਰਕਾਰ ਫਰੀडम ਫਾਈਟਰਸ ਵਾਸਤੇ ਸਰਕਾਰ ਦੇ ਵੱਲੋਂ ਕਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਉਹਦਾ ਲਾਭ, ਉਹ ਫਾਇਦਾ ਕਿਵੇਂ ਉਠਾ ਸਕਦੇ ਨੇ, ਜਾਂ ਫਿਲਹਾਲ ਕਿਹੜੇ ਸਰਕਾਰ ਦੇ ਵੱਲੋਂ ਕਦਮ ਚੁੱਕੇ ਗਏ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰ ਕਿ 9400 ਰੁਪਇਆ ਪੈਨਸ਼ਨ ਜਿਹੜੀ ਉਹ ਮਿਲ ਰਹੀ ਹੈ ਉਹਨਾਂ ਨੂੰ। ਠੀਕ। ਔਰ ਅਸੀਂ ਉਸ ਦਾ ਜਿਹੜਾ ਸਾਰੀ ਪੈਨਸ਼ਨ ਹੈ ਉਹਨੂੰ ਅਸੀਂ ਐਫਡੀ ਨੂੰ ਭੇਜੀ ਹੋਈ ਹੈ ਕਿ ਇਹਨਾਂ ਨੂੰ 25,000 ਰੁਪਇਆ ਜਿਹੜਾ ਪੈਨਸ਼ਨ ਮਿਲਣੀ ਚਾਹੀਦੀ ਹੈ। ਸੋ ਐਫਡੀ ਜਦੋਂ ਪ੍ਰਵਾਨਗੀ ਹੁੰਦੀ ਹੈ, ਜਿਹੜੇ ਉਹਦੀ ਕੋਈ ਜਾਂਚ ਪੜਤਾਲ ਵਾਲੀ, ਉਹ ਕਰਕੇ ਉਸ ਤੋਂ ਬਾਅਦ ਜਦੋਂ ਹੀ ਸਾਨੂੰ ਮਨਜ਼ੂਰੀ ਹੁੰਦੀ ਹੈ, ਉਹਨਾਂ ਨੂੰ 25,000 ਰੁਪਏ ਦੀ ਸਾਡੀ ਪੈਨਸ਼ਨ ਦੀ ਹੈ। ਔਰ ਇਹਦੇ ਨਾਲ ਹੀ ਤੁਸੀਂ ਦੱਸਿਆ ਕਿ ਅਸੀਂ 26 ਜਨਵਰੀ ਜਾਂ 15 ਅਗਸਤ ਨੂੰ ਯਾਦ ਕਰਦੇ ਹਾਂ। ਮੇਰੇ ਖਿਆਲ ਰੱਬ ਤੋਂ ਡਰ ਕੇ ਕਹਿਣਾ ਕਿ ਪਹਿਲਾ ਮੰਤਰੀ ਹੋਊਗਾ ਜਿਹੜੇ ਸਾਡੇ ਵਿਚਕਾਰ ਜਿਉਂਦੇ ਨੇ, ਜਿਹੜੇ
ਸੁਤੰਤਰਤਾ ਸੈਨਾਨੀ ਆਜ਼ਾਦੀ ਘੁਲਾਟੀਏ। 2 ਪਰਿਵਾਰਾਂ ਨਾਲ ਵੀ ਮੈਂ ਖੁਦ ਆਪ ਜਾ ਕੇ ਆਇਆ, ਫਰੀਦਕੋਟ ਜ਼ਿਲ੍ਹੇ ਦੇ ਜੀ। ਔਰ ਬਾਕੀ ਜਿਹੜੇ 49 ਪਰਿਵਾਰ ਰਹਿੰਦੇ ਆ ਜਿਹੜੇ ਹਜੇ ਇਸ ਦੁਨੀਆ ਤੇ ਜੀਵਤ ਆ, ਉਹਨਾਂ ਦੇ ਵੀ ਮੈਂ ਸਾਰਾ ਮੰਗਾ ਰਿਹਾ ਕਿ ਕਿੱਥੇ ਕਿੱਥੇ ਨੇ। ਉਹਨਾਂ ਦੇ ਵੀ ਮੇਰੀ ਕੋਸ਼ਿਸ਼ ਹੈ ਮੈਂ ਆਪ ਜਾ ਕੇ ਆਵਾਂ ਔਰ ਜਿਹੋ ਜੀ ਕੋਈ ਜਿਹਦੀ ਮਦਦ ਕਰਨ ਵਾਲੀ ਉਹ ਜੀ ਮਦਦ ਕਰਾਂਗੇ ਵੀ। ਸਾਡੇ ਦਰਵਾਜ਼ੇ 24 ਘੰਟੇ ਖੁੱਲ੍ਹੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਅੱਜ ਅਸੀਂ ਜੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਹਨਾਂ ਦੀ ਬਦੌਲਤ ਹੈ। ਬਿਲਕੁਲ। ਸੋ ਫਿਰ ਸਾਨੂੰ ਹੱਕ ਬਣਦਾ ਕਿ ਅਸੀਂ ਉਹਨਾਂ ਦਾ ਸਤਿਕਾਰ ਕਰੀਏ। ਉਹ ਇਹੀ ਨਾ ਕਿ 26 ਜਨਵਰੀ ਔਰ 15 ਅਗਸਤ ਦੇ ਉਹ 'ਚ ਪਈਏ। ਸੋ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦਾ ਸਤਿਕਾਰ ਹੈ ਜਿਹੜਾ ਹਮੇਸ਼ਾ ਬਣਿਆ ਰਹੇ ਔਰ ਜਿਵੇਂ ਪਹਿਲਾਂ ਸੀਗਾ ਹੁਣ ਤੀਜੀ ਪੀੜ੍ਹੀ ਤੱਕ ਜਿਹੜਾ ਹੈਗਾ ਉਹਨਾਂ ਨੂੰ ਉਹਦਾ ਜਿਹੜਾ ਲਾਭ ਹੈ ਉਹ ਮਿਲਦਾ ਹੈ। ਠੀਕ। ਜੋੜਾ ਮਾਜਰਾ ਸਾਹਿਬ, ਇੱਕ ਪੰਜਾਬ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਜੋੜਾ ਮਾਜਰਾ ਸਾਹਿਬ ਜਦੋਂ ਤੱਕ ਹੈਲਥ ਮਿਨਿਸਟਰ ਸੀਗੇ, ਇਹ ਆਊਟ ਆਫ ਦਾ ਕੰਟੈਕਸਟ ਕੁਐਸਚਨ ਹੈਗਾ ਵੀ ਉਦੋਂ ਬੜੇ ਕਲਿੱਪ ਆਉਂਦੇ ਸੀਗੇ ਮੈਨ ਇਨ ਐਕਸ਼ਨ ਜੋੜਾ ਮਾਜਰਾ। ਉਹ ਅਸੀਂ ਰੋਜ਼ ਦੇਖਦੇ ਸੀਗੇ ਵੀ ਮੰਤਰੀ ਸਾਹਿਬ ਇਨ ਐਕਸ਼ਨ, ਕਿਤੇ ਐਕਸ਼ਨ ਕਲਿੱਪ ਉਹ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਜ਼ਰ ਆਉਂਦਾ ਸੀ, ਕਿਤੇ ਡਾਂਟ ਪੈ ਰਹੀ ਹੈ, ਕਿਸੇ ਨੂੰ ਝਾੜ ਪੈ ਰਹੀ ਹੈ। ਹੁਣ ਜੋੜਾ ਮਾਜਰਾ ਸਾਹਿਬ ਥੋੜੇ ਜਿਹੇ ਕੂਲ ਡਾਊਨ ਹੋ ਗਏ ਨੇ? ਨਹੀਂ, ਐਦਾਂ ਦੀ ਗੱਲ ਨਹੀਂ ਹੈ। ਮੇਰਾ ਹਰ ਇੱਕ ਕੰਮ ਮੈਨੂੰ ਸਿਹਤ ਮਹਿਕਮਾ ਦਿੱਤਾ ਗਿਆ, ਉਹ 'ਚ ਵੀ ਮੈਂ ਫੀਲਡ 'ਚ ਜਾਂਦਾ ਸੀ। ਹੁਣ ਮੈਨੂੰ ਬਾਗਬਾਨੀ ਹੈ, ਫੂਡ ਪ੍ਰੋਸੈਸਿੰਗ ਹੈ, ਇਹ ਵੀ ਮੈਂ ਧਰਾਤਲ ਤੇ ਜਾ ਕੇ ਉਹ ਕਰਦਾ। ਇਹ ਨਹੀਂ ਹੈ ਕਿ ਆਫਿਸ 'ਚ ਬੈਠੇ ਕੰਮ ਕਰੀਓ। ਪਹਿਲੀ ਵਾਰੀ ਮੈਂ ਦੇਖੋ ਪਹਿਲੀ ਵਾਰੀ ਕੋਈ ਮੰਤਰੀ ਗਿਆ ਹੁਣ ਖੇਤਾਂ ਜਾ ਕੇ, ਔਰ 17 ਤਰੀਕ ਨੂੰ ਫਿਰ ਅਸੀਂ ਜਾਣਾ ਕਿਉਂਕਿ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਆ ਤਾਂ ਉਹਦੇ ਨਾਲ ਕਿਸਾਨ ਨੇ ਉਤਸ਼ਾਹਤ ਹੁੰਦੇ ਨੇ। ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਮੰਤਰੀ ਸਾਡੇ ਵਿੱਚ ਆਇਆ ਤਾਂ ਸਾਡੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ। ਅੱਛਾ, ਮੰਤਰੀ ਸਾਹਿਬ ਨੂੰ ਵੀ ਇਹ ਲੱਗਦਾ ਵੀ ਕੂਲ ਜਿਹਾ ਮਾਹੌਲ ਹੈਗਾ, ਹੁਣ ਇੱਥੇ ਐਗਰੈਸ਼ਨ ਵਾਲੀ ਲੋੜ ਨਹੀਂ ਹੈਗੀ? ਨਹੀਂ, ਕੱਲ ਅਸੀਂ ਜਿੱਥੇ ਪਰਸੋਂ ਜਾ ਕੇ ਆ ਫੁੱਲਾਂ ਦੀ, ਮੈਂ ਕਿਹਾ ਉੱਥੇ ਤਾਂ ਤੁਹਾਨੂੰ ਸਕੂਨ ਮਿਲਦਾ, ਉੱਥੇ ਆਪਣੇ ਆਪ ਠੰਡ ਪੈ ਗਈ। ਇਹ ਜਦੋਂ ਮੈਂ ਗਿਆ ਐਦਾਂ ਸੀ ਕਿ ਅਸੀਂ ਸਵਿਟਜ਼ਰਲੈਂਡ 'ਚ ਫਿਰਦੇ ਹੋਈਏ, ਇੰਨਾ ਫੁੱਲ ਦੇਖ ਕੇ ਵੈਸੇ ਵੀ ਗੁੱਸਾ ਨਹੀਂ ਆ ਸਕਦਾ। ਮੈਂ ਕਹਿੰਦਾ ਯਕੀਨ ਮੰਨਿਓ ਜੀ, ਸਾਨੂੰ 3-4 ਘੰਟੇ ਕਿਵੇਂ ਲੰਘੇ ਸਾਨੂੰ ਪਤਾ ਹੀ ਨਹੀਂ ਲੱਗਿਆ। ਸਗੋਂ ਹਰ ਇੱਕ ਕਹਿੰਦਾ ਸੀ ਕਿ ਪਹਿਲਾ ਮੰਤਰੀ ਹੈ ਜਿਹੜਾ ਐ ਬੱਟੋ ਬੱਟੀ ਤੁਰਿਆ ਫਿਰਦਾ, ਕਿਉਂਕਿ ਅਸੀਂ ਕਿਸਾਨ ਦੇ ਪੁੱਤਰ ਹਾਂ। ਕਿਸਾਨੀ ਸਾਨੂੰ ਪਤਾ ਹੈ ਕਿ ਸੱਪਾਂ ਦੀਆਂ ਸਿਰੀਆਂ ਦਰੜ ਕੇ ਤਾਂ ਪੈਸੇ ਆਉਂਦੇ ਨੇ। ਸੋ ਕਿਉਂ ਨਾ ਫਿਰ ਅਸੀਂ ਮਜ਼ਦੂਰ ਨੂੰ, ਕਿਸਾਨ ਨੂੰ ਉਹਦੇ ਵਾਸਤੇ ਜੋ ਕਰ ਸਕਦੇ ਹੋਈਏ ਉਹ ਕਰੀਏ, ਉਹ ਸਾਡਾ ਫਰਜ਼ ਬਣਦਾ। ਬਿਲਕੁਲ, ਫੁੱਲਾਂ ਦੀ ਕਾਸ਼ਤ ਕਰਦਾ ਇਹ ਵੀ ਮੰਤਰੀ ਸਾਹਿਬ ਬੜਾ ਫਾਇਦਾ ਹੋਏਗਾ। ਜਿਵੇਂ ਤੁਸੀਂ ਕਹਿ ਰਹੇ ਹੋ, ਦੇਖੋ ਜਿਹੜਾ ਕਿਤੇ ਨਾ ਕਿਤੇ ਪੇਸ਼ੈਂਸ ਖਤਮ ਹੁੰਦੀ ਜਾ ਰਹੀ ਹੈ, ਗੁੱਸੇ ਜਲਦੀ ਆ ਜਾਂਦੇ ਸੀ, ਉਹਦਾ ਵੀ ਬੜਾ ਫਰਕ ਪਏਗਾ। ਉਹਦਾ ਵੀ ਫਰਕ ਪਏਗਾ, ਗੁੱਸਾ ਘੱਟ ਆਊਗਾ। ਮੈਂ ਕਿਹਾ ਜਦੋਂ ਤੁਸੀਂ ਜਦੋਂ ਅਸੀਂ ਉੱਥੇ ਗਿਆ, ਜੇ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਫੁੱਲਾਂ ਕੰਨੀ ਮੂੰਹ ਕਰ ਲਓ, ਤੁਹਾਡੇ ਆਟੋਮੈਟਿਕ ਹਾਸਾ ਆਉਂਦਾ ਵੀ ਆਹ ਕਿੱਥੇ ਆ ਗਏ। ਸੋ ਇਸ ਕਰਕੇ ਉਹ ਸ਼ਾਂਤੀ ਦਾ ਮਾਹੌਲ ਹੁੰਦਾ ਉੱਥੇ। ਜਦੋਂ ਆਪਾਂ ਘਰਾਂ 'ਚ ਵੀ ਜਿਹੜੀ ਗਾਰਡਨਿੰਗ ਕਰਦੇ ਆ, ਉਹ ਇਸੇ ਕਰਕੇ ਕਰਦੇ ਆ ਕਿਉਂਕਿ ਸਾਡੇ ਸਾਹਮਣੇ ਜਿਹੜੇ ਚੰਗੇ ਮਹਿਕ ਦੇ ਫੁੱਲ ਜਦ ਲੱਗਦੇ ਨੇ ਤਾਂ ਪਤਾ ਲੱਗਦਾ ਵੀ ਹਾਂ ਵਾਕਈ ਸ਼ਾਂਤੀ ਆਉਂਦੀ।